ਬੰਦੀ ਛੋੜ ਦਿਵਸ 2021 ਵੀਡੀਓ ਪਾਈ ਹੋਈ ਹੈ। ਥੱਲੇ ਲਿਖਿਆ ਹੈ, ਕਿਰਪਾ ਕਰਕੇ ਸਾਰਾ ਵੇਖੋ ਜੀ। ਮੈਂ ਤੁਹਾਨੂੰ ਕਹਿੰਦਾ ਹਾਂ ਵੀ ਤੁਸੀਂ ਕਿਰਪਾ ਕਰਕੇ ਮੈਨੂੰ ਇਹਨਾਂ ਚੱਕਰਾਂ 'ਚ ਨਾ ਪਾਓ ਜੀ। ਬਹੁਤ ਕੁਛ ਦੇਖ ਲਿਆ ਹੈ, ਦੇਖਣ ਨੂੰ ਕੁਛ ਬਾਕੀ ਨਹੀਂ ਰਹਿ ਗਿਆ। ਨਾ ਹੀ ਬਹੁਤੀ ਰੁਚੀ ਹੈ ਦੇਖਣ ਦੀ, ਨਾ ਹੀ ਸੁਣਨ ਦੀ ਹੈ ਕੁਛ ਰੁਚੀ। ਤ੍ਰਿਪਤ ਪਈ ਸੱਚ ਭੋਜਨ ਖਾਇਆ। ਪਰ ਜੋ ਇਹ ਉੱਪਰ ਪੰਕਤੀ ਲਿਖੀ ਹੈ, ਇਹਦੇ ਦੁਆਰਾ ਇੱਕ ਖਿਆਲ ਜ਼ਰੂਰ ਆਇਆ ਹੈ, ਤੋ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰ ਲੈਣਾ ਹਾਂ ਵੀ ਸਿੱਖ ਜਿਹਨੂੰ ਬੰਦੀ ਛੋੜ ਦਿਵਸ ਕਹਿੰਦੇ ਹਨ, ਉਹ ਬੰਦੀ ਛੋੜ ਦਿਵਸ ਹੈ ਨਹੀਂ। ਤੇ ਜਿਹੜਾ ਬੰਦੀ ਛੋੜ ਦਿਵਸ ਹੋਣਾ ਚਾਹੀਦਾ ਸੀ, ਉਹਦਾ ਸਿੱਖਾਂ ਨੂੰ ਪਤਾ ਹੀ ਨਹੀਂ ਹੈ। ਤੇ ਸਿੱਖ ਬੰਦੀ ਛੋੜ ਦਿਵਸ ਉਹਨੂੰ ਕਹਿੰਦੇ ਹਨ ਜਦੋਂ ਗਵਾਲੀਅਰ ਦੇ ਕਿਲ੍ਹੇ 'ਚੋਂ ਗੁਰੂ ਹਰਗੋਬਿੰਦ ਸਿੰਘ ਜੀ ਨੇ 22 ਧਾਰ ਦੇ ਰਾਜੇ ਜਿਹੜੇ ਕੈਦ ਸਨ, ਉਹਨਾਂ ਨੂੰ ਰਿਹਾ ਕਰਵਾਇਆ ਸੀ। ਤੇ ਜੇਲ੍ਹ ਦੇ ਵਿੱਚੋਂ ਉਹਨਾਂ ਨੂੰ ਰਿਹਾ ਕਰਵਾਇਆ। ਤੇ ਜੇਲ੍ਹ ਛੋੜ ਦਿਵਸ ਹੋਣਾ ਚਾਹੀਦਾ ਸੀ ਨਾ, ਉਹ ਬੰਧਨਾਂ ਤੋਂ ਮੁਕਤ ਥੋੜ੍ਹੀ ਹੋਏ ਆ। ਹੁਣ ਜਿਹੜੇ ਇਹ ਛੋਟੇ ਛੋਟੇ ਰਿਆਸਤਾਂ ਦੇ ਮਾਲਕ ਸਨ, ਇਹਨਾਂ ਦੇ ਇਲਾਕੇ 'ਤੇ ਕਬਜ਼ਾ ਕਰਕੇ ਤੇ ਇਹਨਾਂ ਨੂੰ ਜ਼ਬਰਦਸਤੀ ਉੱਤੇ ਜੇਲ੍ਹ ਵਿੱਚ ਬੰਦ ਕੀਤਾ ਸੀ ਤੇ ਛੁੱਟਣਾ ਚਾਹੁੰਦੇ ਸਨ। ਜਿਵੇਂ ਜੇਲ੍ਹ ਦੇ ਵਿੱਚ ਅਕਸਰ ਕੈਦੀ ਬੰਦ ਹੁੰਦੇ ਹਨ, ਤੇ ਸਾਰੇ ਹੀ ਰਿਹਾ ਹੋਣਾ ਚਾਹੁੰਦੇ ਹਨ ਵੀ ਆਪੋ ਆਪਣੇ ਘਰੇ ਜਾਈਏ। ਇਹ ਵੀ ਸੋਚਦੇ ਹੋਣੇ ਆਪੋ ਆਪਣੀਆਂ ਰਿਆਸਤਾਂ 'ਚ ਜਾਈਏ। ਰਾਣੀਆਂ ਹਨ, ਬੱਚੇ ਹਨ, ਪਰਿਵਾਰ ਹੈ, ਚੇਤੇ ਆਉਂਦਾ ਹੋਊ ਤੇ ਸੋਚਦੇ ਹੋਣਗੇ। ਇਸ ਕਾਰਨ ਗੁਰੂ ਸਾਹਿਬ ਜੀ ਦੇ ਅੱਗੋਂ ਵੀ ਤਰਲੇ ਤੇ ਮਿੰਨਤਾਂ ਕਰੀਆਂ ਹੀ ਹੋਣਗੀਆਂ ਵੀ ਕਿਰਪਾ ਕਰੋ। ਬਹੁਤ ਜੋਦੜੀਆਂ ਕੀਤੀਆਂ ਹੋਣਗੀਆਂ ਨਾ। ਵੀ ਅਸੀਂ ਇੱਥੋਂ ਛੁੱਟ ਜਾਈਏ। ਤੇ ਫਿਰ ਉਸ ਕਿਲ੍ਹੇ ਤੋਂ ਛੁੱਟ ਕੇ ਉਹ ਆਪਣੇ ਪਰਿਵਾਰਾਂ ਦੇ ਵਿੱਚ ਉਸ ਤਰ੍ਹਾਂ ਹੀ ਉਲਝ ਗਏ ਹੋਣਗੇ, ਜਿਵੇਂ ਆਮ ਕੈਦੀ ਜੇਲ੍ਹ ਤੋਂ ਛੁੱਟ ਕੇ ਉਲਝ ਜਾਂਦਾ ਹੈ। ਜਦੋਂ ਜ਼ਿਆਦਾ ਉਲਝਦਾ ਹੈ, ਕਿਉਂਕਿ ਉੱਥੇ ਸੋਚਦਾ ਜੋ ਰਹਿੰਦਾ ਵਿਹਲਾ ਬੈਠਾ ਵੀ ਆਹ ਕਰੂੰਗਾ, ਇਹ ਕਰੂੰਗਾ, ਉਹ ਕਰੂੰ, ਤੋਂ ਜ਼ਿਆਦਾ ਕਰਮਾਂ ਦੇ ਵਿੱਚ ਫਸ ਜਾਂਦਾ ਹੈ। ਉੱਦਾਂ ਹੀ ਪਰਿਵਾਰਾਂ 'ਚ ਉਲਝ ਜਾਂਦਾ। ਇਹ ਤਾਂ ਵੈਸੇ ਹੀ ਹੋਇਆ ਨਾ, ਜਿਵੇਂ ਤੁਸੀਂ ਕਿਸੇ ਦੀ ਜ਼ਮਾਨਤ ਦੇ ਕੇ ਜੇਲ੍ਹ 'ਚ ਛੁਡਾ ਦਿੰਦੇ ਹੋ, ਤਾਂ ਬੰਧਨ ਤੋਂ ਮੁਕਤ ਥੋੜ੍ਹੀ ਹੋ ਗਿਆ। ਕਈਆਂ ਨੂੰ ਵੈਸੇ ਵੀ ਬਹੁਤ ਸਾਰੇ ਲੋਕ ਛੁਡਾ ਦਿੰਦੇ ਹਨ, ਰਿਹਾ ਕਰਵਾ ਦਿੰਦੇ ਹਨ, ਤੋ ਰਿਹਾ ਹੋ ਕੇ ਫਿਰ ਘਰ ਹੀ ਆਉਂਦਾ ਹੈ ਨਾ, ਪਰਿਵਾਰ 'ਚ ਹੀ ਆਉਂਦਾ ਹੈ। ਤੋ ਉੱਥੇ ਆਣ ਕੇ ਫਿਰ ਉਸ ਤਰ੍ਹਾਂ ਹੀ ਉਲਝ ਜਾਂਦਾ। ਬੰਧਨਾਂ ਤੋਂ ਮੁਕਤ ਥੋੜ੍ਹੀ ਹੋਇਆ ਜੇਲ੍ਹ 'ਚ ਛੁੱਟ ਕੇ।
ਤੇ ਜੇਲ੍ਹ 'ਚੋਂ ਛੁਡਵਾਇਆ ਸੀ। ਤੇ ਬੰਧਨਾਂ ਤੋਂ ਮੁਕਤ ਜਿਹੜੇ ਹੋਏ ਹਨ ਵਾਸਤਵਿਕ ਦੇ ਵਿੱਚ, ਉਹਨਾਂ ਦਾ ਚਾਹੀਦਾ ਸੀ ਬੰਦੀ ਛੋੜ ਦਿਵਸ ਵੀ ਬੰਧਨਾਂ ਤੋਂ ਮੁਕਤ ਹੋ ਗਏ ਹਨ, ਜਿਵੇਂ ਬਾਬਾ ਲਹਿਣਾ ਜੀ ਹੋਏ ਸਨ ਬੰਧਨਾਂ ਤੋਂ ਮੁਕਤ, ਰਾਮਦਾਸ ਜੀ ਹੋਏ, ਅਮਰਦਾਸ ਜੀ ਹੋਏ, ਜਿੰਨੇ ਵੀ ਗੁਰੂਆਂ ਦੇ ਫਿਰ ਸਿੱਖ ਪਿਆਰੇ ਉਹ ਮੁਕਤ ਹੋਏ। 5 ਪਿਆਰੇ ਜਦੋਂ ਸਮਰਪਿਤ ਹੋਏ ਸਨ ਆਪਣੇ ਗੁਰੂ ਨੂੰ, ਸੀਸ ਭੇਟ ਕੀਤੇ ਸਨ, ਉਹ ਹੋਏ ਸਨ ਬੰਧਨਾਂ ਤੋਂ ਮੁਕਤ। ਉਹ ਦਿਨ ਹੋਣਾ ਚਾਹੀਦਾ ਹੈ ਬੰਧਨ ਮੁਕਤ। ਮਰ ਕੇ ਹੀ ਹੁੰਦਾ ਹੈ ਨਾ, ਕੋਈ ਗੁਰੂ ਨੂੰ ਸੀਸ ਭੇਟ ਕਰ ਦਿੱਤਾ ਤੇ ਬੰਧਨ ਮੁਕਤ ਹੋ ਗਏ। ਬੰਧਨ ਮੁਕਤ ਸੋ ਆਖੀਏ ਮਰ ਜੀਵੇ ਮਰੀ, ਮਰ ਗਿਆ ਜਿਹੜਾ ਉਹ ਹੋਏ ਸਨ, ਉਹ ਹੋਣਾ ਚਾਹੀਦਾ ਹੈ ਬੰਧਨ ਮੁਕਤ ਦਿਵਸ, ਪਰ ਉਹਦਾ ਪਤਾ ਨਹੀਂ ਹੈ। ਇਸੇ ਕਾਰਨ ਹੀ ਮੈਂ ਕਹਿੰਦਾ ਹਾਂ ਨਾ ਵੀ ਜ਼ਿਆਦਾਤਰ ਧਾਰਮਿਕ ਲੋਕ ਜਿਹੜੇ ਹਨ ਨਾ, ਇਹ ਸਿਰਫ ਬਾਹਰ ਹੀ ਦੇਖਦੇ ਹਨ ਜੋ ਗੁਰੂਆਂ ਨੇ ਕੀਤਾ ਹੈ। ਇਸ ਕਰਕੇ ਇਹ ਇਤਿਹਾਸ ਦੇ ਵਿੱਚ ਜ਼ਿਆਦਾ ਰੁਚੀ ਰੱਖਦੇ ਹਨ, ਤੇ ਬਲਕਿ ਹਿਦਾਇਤ ਵੀ ਕੀਤੀ ਹੈ ਗੁਰੂਆਂ ਨੇ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਕਹਿੰਦੇ ਹਨ ਵੀ ਜੋ ਉਹਨੇ ਕਿਹਾ ਹੈ ਨਾ ਉਹ ਕਰੋ, ਜੋ ਕੰਮ ਕਰ ਰਿਹਾ ਹੈ ਉਹਦੇ ਵੱਲ ਨਾ ਦੇਖੋ, ਉਹਦੀ ਰੀਸ ਨਾ ਕਰੋ, ਨਕਲ ਨਾ ਕਰੋ, ਕਿਉਂਕਿ ਕੰਮ ਤੇ ਉਹਦੇ ਵੀ ਝੂਠੇ ਹੀ ਹਨ, ਕਿਉਂਕਿ ਸੰਸਾਰ ਝੂਠ ਹੈ ਨਾ, ਸਰੀਰ ਤੇ ਉਹਨਾਂ ਦਾ ਵੀ ਝੂਠ ਹੀ ਸੀ। ਪਰ ਸਿੱਖ ਸਾਰੇ ਦੇਖੋ ਸਰੀਰ ਨੂੰ ਪੂਜ ਰਹੇ ਹਨ। ਜਿੱਥੇ ਜਿੱਥੇ ਸਰੀਰ ਗਿਆ ਹੈ ਉਸ ਸਥਾਨ ਦੀ ਪੂਜਾ ਹੋ ਰਹੀ ਹੈ, ਤੇ ਸਰੀਰ ਦੀ ਪੂਜਾ ਹੋਊਗੀ। ਬਾਹਰ ਦੇਖਿਆ ਨਾ, ਜੋ ਨਹੀਂ ਕਿਹਾ ਸੀ ਦੇਖਣ ਵਾਸਤੇ ਉਹ ਦੇਖਿਆ, ਉਹਦਾ ਇਤਿਹਾਸ ਬਣ ਗਿਆ। ਇਸ ਕਰਕੇ ਬਾਹਰ ਜੁੜ ਗਏ। ਤੇ ਗੁਰੂ ਦਾ ਉਪਦੇਸ਼ ਅੰਦਰੋਂ ਜੋੜਦਾ ਹੈ, ਅੰਤਰਮੁਖ ਕਰਦਾ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਗੁਰੂ ਦੇ ਕਰਤੱਵ ਬਾਹਰ ਕਰਨੀ ਜਿਹੜੀ ਹੈ, ਬਹੁਤੇ ਲੋਕ ਸਾਧੂ ਮਹਾਤਮਾ ਨਾਲ ਜੁੜੇ ਹੋਏ ਹਨ, ਉਹਨਾਂ ਦੇ ਵੀ ਬਾਹਰ ਕੰਮ ਦੇਖ ਕੇ ਉਹਨਾਂ ਨਾਲ ਜੁੜਦੇ ਹਨ। ਬਾਹਰੋਂ ਦੇਖ ਕੇ ਕਈ ਫਿਲਮਾਂ ਵੀ ਬਹੁਤ ਬਣਾਉਂਦੇ ਹਨ, ਸਾਧੂ ਮਹਾਤਮਾ ਆਪਣੇ ਚੇਲਿਆਂ ਨੂੰ ਪਾਉਂਦੇ ਹਨ, ਉਹ ਉਹਨਾਂ ਨਾਲ ਜੁੜਦੇ ਰਹਿੰਦੇ ਹਨ, ਉਹਨਾਂ ਦੇ ਕੰਮ ਦੇਖ ਕੇ ਬਾਹਰੋਂ ਜੁੜ। ਤੇ ਦੂਸਰੇ ਹਨ ਜਿਹੜਾ ਗੁਰੂ ਦਾ ਉਪਦੇਸ਼ ਸੁਣ ਕੇ ਅੰਦਰੋਂ ਜੁੜਦੇ ਹਨ, ਬਾਹਰੋਂ ਨਹੀਂ। ਉਹ ਵਾਸਤਵਿਕ ਹੈ। ਤੇ ਜਿਹੜਾ ਅੰਦਰੋਂ ਜੁੜਦਾ ਹੈ ਉਹਨੂੰ ਪਤਾ ਲੱਗਦਾ ਹੈ ਵਾਸਤਵਿਕ ਅੰਦਰੋਂ ਘਟਨਾ ਜਿਹੜੀ ਘਟਦੀ ਹੈ ਉਹਦਾ। ਬਾਹਰੋਂ ਜਿਹੜੀ ਘਟਦੀ ਹੈ ਉਹ ਤਾਂ ਸਾਰੇ ਦੇਖਦੇ ਹਨ, 22 ਧਰ ਦੇ ਰਾਜੇ ਛਡਾਏ, ਸਾਰਿਆਂ ਨੂੰ ਪਤਾ ਹੈ। ਪਰ ਜਿਹੜੇ ਗੁਰਸਿੱਖ ਮੁਕਤ ਹੋਏ, ਉਹੀ ਹੋਏ ਨਾ ਬੰਧਨਾਂ ਤੋਂ ਮੁਕਤ। ਬੰਧਨਾਂ ਤੋਂ ਮੁਕਤ ਹੋਣਾ ਨਾ, ਬੰਧਨ ਕੀ ਹੈ? ਸੰਸਾਰ ਵਿੱਚ ਚਿੱਤ ਲੱਗਾ ਹੋਇਆ ਹੈ, ਸੁਰਤ ਜੁੜੀ ਹੋਈ ਹੈ, ਖਿਆਲ ਜੁੜਿਆ ਹੋਇਆ ਹੈ, ਵਿਚਾਰ ਚੱਲ ਰਹੇ ਹਨ, ਇਹੋ ਹੀ ਬੰਧਨ।
ਤੇ ਅਗਰ ਆਦਮੀ ਵਿਚਾਰ ਹਟਾਉਣ ਦੀ ਵੀ ਕੋਸ਼ਿਸ਼ ਕਰਦਾ ਹੈ, ਖਿਆਲ ਹਟਦਾ ਨਹੀਂ, ਕਿਉਂਕਿ ਮੋਹਿਤ ਹੋ ਗਿਆ। ਦੇਖ ਦੇਖ ਕੇ, ਵਿਚਾਰ ਵਿਚਾਰ ਕੇ, ਸੋਚ ਸੋਚ, ਉਹਨੂੰ ਹੀ ਮਾਇਆ ਕਹਿੰਦੇ ਆ। ਮਾਇਆ ਦਾ ਭਾਵ ਹੈ ਵੀ ਝੂਠੀ ਦੀ ਚੀਜ਼ ਦੇਖ ਕੇ ਕੋਈ ਸਮੋਹਿਤ ਹੋ ਜਾਵੇ, ਜਿਵੇਂ ਮਦਾਰੀ ਦਾ ਖੇਲ ਦੇਖ ਕੇ ਸਮੋਹਿਤ ਹੋ ਗਿਆ, ਜਿਵੇਂ ਮੈਂ ਉਦਣ ਕਿਹਾ ਸੀ ਫਿਲਮ ਦੇਖ ਕੇ ਸਮੋਹਿਤ ਹੋ ਗਏ। ਇੱਦਾਂ ਦੇਖ ਦੇਖ ਕੇ ਆਦਮੀ ਸਮੋਹਿਤ ਹੋ ਜਾਂਦਾ ਹੈ, ਵਿਚਾਰ ਕਰ ਕਰਕੇ। ਉਹ ਫਿਰ ਵਿਚਾਰ ਚੱਲਦੇ ਰਹਿੰਦੇ ਆ, ਉਹ ਹਟਾਵੇ ਤਾਂ ਵੀ ਨਹੀਂ ਹਟਦੇ ਆ। ਲਗਾਵ ਹੋ ਗਿਆ ਨਾ, ਬੰਧਨ ਹੋ ਗਿਆ। ਤੇ ਹਰ ਇੱਕ ਦੇ ਅਲੱਗ-ਅਲੱਗ ਬੰਧਨ ਹਨ। ਮਾਇਆ ਵੀ ਆਪਣੇ ਆਪਣੇ ਢੰਗ ਦੇ ਨਾਲ ਸੰਸਾਰ ਦੇ ਨਾਲ ਬੰਧਿਆ ਹੈ, ਚਿੱਤ ਲੱਗਾ ਹੋਇਆ ਹੈ। ਤੇ ਚਿੱਤ ਨੂੰ ਹਟਾਉਣ ਵਾਸਤੇ ਗੁਰੂ ਦਾ ਉਪਦੇਸ਼ ਹੈ ਜਾਂ ਸ਼ਬਦ ਹੈ। ਪਰ ਜਿਹੜੇ ਸ਼ਬਦ ਦਾ ਜਾਪ ਕਰਾਉਂਦੇ ਹਨ, ਚਿੰਤਨ ਕਰਾ ਰਹੇ ਹਨ, ਜਿਵੇਂ ਭਾਈ ਸੇਵਾ ਸਿੰਘ ਜੀ ਤਰਮਾਲੇ ਵਾਲਿਆਂ ਦੇ ਜਿਹੜੇ ਸੇਵਕ ਹਨ, ਉਹਨਾਂ ਨੇ ਦੇਖੋ ਆ ਥੱਲੇ ਲਿਖਿਆ ਵੀ ਹੈ ਵੀ ਮਾਇਆ ਦਾ ਤਿਆਗ 100% ਨਹੀਂ ਹੋ ਸਕਦਾ। ਇਹਦਾ ਕੀ ਭਾਵ ਹੋਇਆ ਵੀ ਬੰਧਨਾਂ ਤੋਂ ਮੁਕਤ ਤੁਸੀਂ ਪੂਰੇ ਨਹੀਂ ਹੋ ਸਕਦੇ। ਇਹੋ ਹੀ ਖਿਆਲ ਹੈ ਨਾ ਵੀ ਚਿੱਤ ਤੁਹਾਡਾ ਸੰਸਾਰ ਵੱਲੋਂ ਹਟ ਨਹੀਂ ਸਕਦਾ ਪੂਰਾ ਪੂਰਾ, ਇਹਨਾਂ ਦਾ ਹਟਿਆ ਨਹੀਂ ਹੋਣਾ। ਤੇ ਜ਼ਿਆਦਾਤਰ ਧਾਰਮਿਕ ਦਾ ਲੋਕਾਂ ਦਾ ਨਹੀਂ ਹਟਿਆ ਹੈ ਤੇ ਸੋਚਦੇ ਐਸਾ ਹੀ ਹਨ। ਮੈਨੂੰ ਵੀ ਬਹੁਤਿਆਂ ਨੇ ਕਿਹਾ ਐਸਾ ਵੀ ਇਹ ਕਿਵੇਂ ਹੋ ਸਕਦਾ ਵੀ 100% ਹੀ ਕੋਈ ਮੁਕਤ ਹੋ ਜਾਵੇ ਸੰਸਾਰ। ਤੇ ਜਿਹੜਾ ਹੋਇਆ ਨਹੀਂ ਹੈ ਮੁਕਤ ਸੰਸਾਰ ਤੋਂ, ਅਜੇ ਬੰਧਨ ਹੈ ਸੰਸਾਰ ਦਾ, ਤੋਂ ਦੂਸਰਿਆਂ ਨੂੰ ਬੰਧਨ ਵਿੱਚ ਹੀ ਪਾਉਂਦਾ ਹੈ। ਇਸ ਕਾਰਨ ਧਾਰਮਿਕ ਲੋਕ ਜ਼ਿਆਦਾ ਬੰਧਨ ਵਿੱਚ ਪਾ ਰਹੇ ਹਨ, ਕਿਉਂਕਿ ਉਹਨਾਂ ਨੂੰ ਲੱਗਦਾ ਸੰਸਾਰ ਵੱਲੋਂ ਤੇ ਪੂਰਾ ਹਟਿਆ ਨਹੀਂ ਜਾ ਸਕਦਾ। ਇਸ ਕਰਕੇ ਉਹ ਸੰਸਾਰ ਵੱਲੋਂ ਹਟਾਉਂਦੇ ਨਹੀਂ ਹਨ ਧਿਆਨ, ਕਿਸੇ ਨੂੰ ਨਹੀਂ ਕਹਿੰਦੇ, ਸਭ ਲੱਗੇ ਹੋਏ ਉੱਦਾਂ ਹੀ। ਤੇ ਉਧਰ ਧਾਰਮਿਕ ਉਪਦੇਸ਼ ਦੇ ਰਹੇ ਹਨ ਤੇ ਧਰਮ ਦੇ ਨਾਲ ਜੋੜਦੇ ਰਹੇ ਹਨ, ਤੇ ਲੋਕ ਦੋਹਰੇ ਜੁੜ ਰਹੇ ਹਨ। ਭਾਵ ਕਿ ਵਿਚਾਰਧਾਰਾ ਹੋਰ ਵੱਧ ਜਾਂਦੀ ਹੈ ਧਾਰਮਿਕ ਲੋਕਾਂ ਦੀ ਅਕਸਰ, ਕਿਉਂਕਿ ਇੱਕ ਤਾਂ ਸੰਸਾਰ ਦੇ ਵਿਚਾਰ ਚੱਲ ਰਹੇ ਹਨ, ਬਹੁਤ ਸਾਰੀਆਂ ਇੱਛਾਵਾਂ, ਕਾਮਨਾਵਾਂ, ਚਾਹਤ ਭੱਜੇ ਫਿਰਦੇ ਦਿਨ ਰਾਤ। ਦੂਸਰੇ ਧਾਰਮਿਕ ਲੋਕਾਂ ਦਾ ਉਪਦੇਸ਼ ਸੁਣ ਰਹੇ ਹਨ ਤੇ ਧਾਰਮਿਕ ਵਿਚਾਰਧਾਰਾ ਵੀ ਚੱਲਣ ਲੱਗ ਜਾਂਦੀ, ਤੇ ਜ਼ਿਆਦਾ ਉਲਝ ਰਹੇ ਹਨ। ਉਹ ਜ਼ਿਆਦਾ ਬੰਧਨ ਹੋ ਗਏ, ਜ਼ਿਆਦਾ ਵਿਚਾਰ ਚੱਲ ਪਏ। ਹੁਣ ਸੰਸਾਰਿਕ ਸ਼ਬਦ ਚੱਲ ਰਹੇ ਹਨ, ਵਿਚਾਰ ਉੱਤੇ ਧਾਰਮਿਕ ਸ਼ਬਦ ਰਟਣਾ ਸ਼ੁਰੂ ਕਰ ਦਿੰਦੇ ਹਨ, ਧਾਰਮਿਕ ਸ਼ਬਦ ਵੀ ਚੱਲ ਪੈਂਦੇ ਹਨ। ਤੇ ਜ਼ਿਆਦਾਤਰ ਲੋਕਾਂ ਦੀ ਪਰੇਸ਼ਾਨੀ ਵੱਧ ਰਹੀ ਹੈ, ਕਿਉਂਕਿ ਉਹਨਾਂ ਨੂੰ ਸਾਫ਼ ਸਾਫ਼ ਨਹੀਂ ਨਾ ਦੱਸਿਆ ਜਾ ਰਿਹਾ। ਇਹ ਇੱਕ ਪਹਿਲੂ ਲੈ ਕੇ ਚੱਲ ਰਹੇ ਹਨ ਗੁਰੂਆਂ ਦਾ, ਜੋ ਪੋਜੀਟਿਵ ਹੈ, ਉਹ ਸਾਰਿਆਂ ਨੂੰ ਚੰਗਾ ਲੱਗਦਾ ਹੈ ਵੀ ਨਾਮ ਜਪੋ, ਚਿੰਤਨ ਕਰੋ, ਸਿਮਰਨ ਕਰੋ, ਉਹ ਸਾਰਾ ਕੁਛ ਪਰਮਾਤਮਾ ਨੂੰ ਪਾਉਣ ਵਾਸਤੇ ਕਰੋ। ਦੂਸਰਾ ਜਿਹੜਾ ਵਾਸਤਵਿਕ ਪਹਿਲੂ ਹੈ ਉਹ ਨਹੀਂ ਦੱਸਦੇ ਹਨ, ਤੇ ਪਹਿਲੇ ਸਤਿਗੁਰੂ ਉਹ ਪਹਿਲਾਂ ਦੱਸਦੇ ਸਨ, ਕਿਉਂਕਿ ਉੱਥੋਂ ਗੱਲ ਸ਼ੁਰੂ ਹੋਣੀ ਹੈ ਵੀ ਜੇ ਤੋਂ ਤੁਸੀਂ ਮੁਕਤ ਹੋਣਾ ਹੈ, ਪਹਿਲਾਂ ਉਤੋਂ ਮੁਕਤ ਹੋਣ ਨੂੰ ਤਿਆਰ ਹੋ। ਅਗਰ ਕੋਈ ਹੈ ਤਿਆਰ ਹੋਣ ਨੂੰ, ਤਾਂ ਹੀ ਉਹ ਪਰਮਾਤਮਾ ਵਾਲੇ ਪਾਸੇ ਨੂੰ ਜਾਵੇਗਾ ਨਾ, ਸਿਰਫ ਸਿਮਰਨ, ਚਿੰਤਨ, ਧਿਆਨ ਕਰਕੇ ਥੋੜ੍ਹੀ। ਤੁਸੀਂ ਆਪ ਖਿਆਲ ਕਰੋ, ਅਗਰ ਤੁਸੀਂ ਸੰਸਾਰ ਵਿੱਚੋਂ ਨਿਰਲੇਪ ਹੋਣ ਨੂੰ ਤਿਆਰ ਹੋ ਹੀ ਨਹੀਂ, ਤੁਸੀਂ ਕਹਿੰਦੇ ਨਹੀਂ ਹੋਇਆ ਜਾ ਸਕਦਾ, ਡਰਦੇ ਹੋ, ਡਰਦੇ ਹਨ ਜ਼ਿਆਦਾਤਰ, ਬਹੁਤ ਡਰ ਹੈ ਸੰਸਾਰ ਦਾ। ਦਰਅਸਲ ਸਰੀਰ ਦੇ ਮਰਨ ਨਾਲੋਂ ਵੀ ਜ਼ਿਆਦਾ ਵੱਡਾ ਮਨ ਦੀ ਮੌਤ ਦਾ ਡਰ ਹੈ, ਕਿਉਂਕਿ ਕੁਛ ਵੀ ਨਹੀਂ ਰਹਿਣਾ ਹੈ। ਤੁਸੀਂ ਸੋਚੋ, ਸਭ ਕੁਛ ਮਿਟ ਜਾਣਾ ਹੈ, ਤੇ ਬਹੁਤ ਭੈ ਹੈ ਕਿਵੇਂ ਕੀ ਹੋਊ। ਸਭ ਕੁਛ ਛੱਡ ਦਿੱਤਾ, ਹੁਣ ਤੁਸੀਂ ਛੱਡਣ ਡਰਦੇ ਹੋ, ਇੱਕਦਮ ਸਭ ਕੁਛ ਛੱਡ ਨਹੀਂ ਸਕਦੇ ਹੋ।
ਤੇ ਮਰਨ ਵੇਲੇ ਕਿਵੇਂ ਛੱਡੋਗੇ? ਤੇ ਜ਼ਿਆਦਾਤਰ ਧਾਰਮਿਕ ਲੋਕ ਇਉਂ ਸੋਚਦੇ ਹਨ ਵੀ ਮਰਨ ਵੇਲੇ ਮੁਕਤੀ ਹੋਊਗੀ। ਉਹ ਮਰਨ ਵੇਲੇ ਕਿਵੇਂ ਹੋ ਜਾਊਗੀ ਜਦੋਂ ਜੀਂਦੇ ਜੀ ਬੰਧਨ ਤੁਹਾਡੇ ਪਏ ਹੋਏ ਹਨ, ਤੋੜਨ ਨੂੰ ਤਿਆਰ ਨਹੀਂ ਹੋ ਤੁਸੀਂ, ਤੇ ਮਰਨ ਵੇਲੇ ਇੱਕਦਮ ਕਿਵੇਂ ਤੋੜ ਦੋਗੇ? ਜੀਂਦੇ ਜੀ ਹੁੰਦੀ ਹੈ ਮੁਕਤੀ। ਤਦੇ ਕਿਹਾ ਨਾ, ਜੀਵਤ ਮਰੀਅਤ ਪਾਉ ਜਲ ਤਰੀ, ਤਾਂ ਫਿਰ ਮਰਨ ਨਾ ਹੋਏ। ਤੇ ਮਰਨਾ ਸੰਸਾਰ ਵੱਲੋਂ ਹੀ ਹੈ। ਤੇ ਜਦੋਂ ਸਰੀਰ ਕਰਕੇ ਕੋਈ ਮਰਦਾ ਹੈ ਉਦੋਂ ਵੀ ਸੰਸਾਰ ਹੀ ਛੁੱਟਦਾ ਹੈ ਨਾ ਸਭ ਕੁਛ, ਪਰ ਚਿੱਤ ਲੱਗਾ ਰਹਿ ਜਾਂਦਾ ਹੈ। ਉਹਨੂੰ ਹੀ ਬੰਧਨ ਕਿਹਾ। ਜਿੱਥੇ ਵੀ ਲੱਗਾ ਰਹਿ ਗਿਆ ਉੱਥੇ ਹੀ ਫਿਰ ਦੁਬਾਰਾ ਆਉਣਾ ਹੋ ਜਾਂਦਾ। ਤੇ ਇੱਕਦਮ ਅਖੀਰ 'ਤੇ ਜਾ ਕੇ ਨਹੀਂ ਹਟਦਾ ਹੈ ਚਿੱਤ। ਇਸ ਕਾਰਨ ਪਹਿਲਾਂ ਹੀ ਕਿਹਾ ਹੈ ਵੀ ਚਿੱਤ ਨੂੰ ਹਟਾਉਣਾ ਸ਼ੁਰੂ ਕਰ ਦਿਓ, ਨਿਰਲੇਪ ਹੋਣਾ ਸ਼ੁਰੂ ਕਰ ਦਿਓ। ਫਿਰ ਉਹ ਨਿਰਲੇਪ ਦਾ ਜਿਹੜਾ ਹੈ ਰਸ ਉਹ ਤੁਹਾਨੂੰ ਲੱਗ ਜਾਵੇਗਾ, ਸਵਾਦ ਕਹਿ ਲਈ ਮੁਕਤੀ ਦਾ। ਤੇ ਜਿਹਨੂੰ ਲੱਗ ਜਾਂਦਾ ਉਹਦੀ ਚਿੰਤਾ ਹੀ ਖਤਮ ਹੋ ਜਾਂਦੀ ਹੈ। ਫਿਰ ਕੁਛ ਬਾਕੀ ਰਹਿ ਹੀ ਨਹੀਂ ਜਾਂਦਾ। ਨਾ ਸੰਸਾਰ ਛੁੱਟਣ ਦਾ ਡਰ ਹੈ, ਨਾ ਕੁਛ ਮਰਨ ਦਾ ਡਰ ਹੈ, ਨਾ ਕੁਛ ਹੋਣ ਦਾ ਡਰ ਹੈ, ਨਾ ਕਿਤੇ ਜਾਣ ਦਾ ਡਰ ਹੈ, ਨਾ ਕਿਤੇ ਆਉਣ ਦਾ ਡਰ ਹੈ, ਨਾ ਕੁਛ ਪਾਉਣਾ ਹੈ, ਨਾ ਕੁਛ ਹੋਣਾ ਹੈ। ਹੁਣ ਫਿਰ ਇਹ ਜਿਹੜੇ ਕੋਸ਼ਿਸ਼ ਕਰ ਰਹੇ ਹਨ ਬੰਧਨਾਂ ਤੋਂ ਮੁਕਤ ਹੋਣ ਦੀ, ਅਤੇ ਇਹਨਾਂ ਨੂੰ ਨਾਲ ਨਾਲ ਇਹ ਵੀ ਖਿਆਲ ਹੈ ਵੀ ਬੰਧਨਾਂ ਤੋਂ ਪੂਰਾ ਮੁਕਤ ਨਹੀਂ ਹੋਇਆ ਜਾ ਸਕਦਾ 100%, ਅਤੇ ਇਹ ਆਪ ਮੁਕਤ ਨਹੀਂ ਹਨ, ਅਤੇ ਦੂਸਰਿਆਂ ਨੂੰ ਕਿਵੇਂ ਮੁਕਤ ਕਰ ਦੇਣਗੇ? ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਜਦੋਂ ਇਹਨਾਂ ਨੂੰ ਵਿਸ਼ਵਾਸ ਨਹੀਂ ਹੈ, ਭਰੋਸਾ ਨਹੀਂ ਹੈ, ਸ਼ਰਧਾ ਨਹੀਂ ਹੈ, ਅਤੇ ਦੂਸਰੇ ਨੂੰ ਦੱਸ ਕਿਉਂ ਰਹੇ ਹਨ?